ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਵਿਰਲੇ ਗੁਰਮੁਖ ਜੋਗੀ ਪ੍ਰਭੂ ਦੇ ਪਿਆਰੇ ਜਾਗਦੇ ਹਨ। ਹੋਰ ਸਾਰਾ ਹੀ ਸੰਸਾਰ ਸੁੱਤਾ ਪਿਆ ਹੋਇਆ ਹੈ ਮੋਹ ਪਿਆਰ ਦੀ ਨੀਂਦ ਦੇ ਵਿੱਚ। ਇਸੇ ਕਾਰਨ ਹੀ ਸਤਿਪੁਰਖਾਂ ਦੇ ਉਪਦੇਸ਼ ਲੋਕ ਪੜ੍ਹਦੇ ਵੀ ਹਨ, ਸੁਣਦੇ ਵੀ ਹਨ, ਪਰ ਸਮਝ ਵਿੱਚ ਨਹੀਂ ਆਉਂਦੇ ਹਨ, ਕਿਉਂਕਿ ਉਹਨਾਂ ਨੇ ਉਪਦੇਸ਼ ਦਿੱਤੇ ਹਨ ਮੋਹ ਪਿਆਰ ਛੱਡ ਕੇ, ਤਿਆਗ ਕੇ ਮਮਤਾ ਨੂੰ, ਲੋਭ ਨੂੰ। ਤੇ ਮੋਹ ਮਮਤਾ ਨੂੰ ਤਿਆਗ ਕੇ ਹੀ ਤੁਸੀਂ ਸਮਝੋਗੇ ਨਾ ਉਹਨਾਂ ਦੇ ਬਚਨਾਂ ਨੂੰ। ਤੇ ਮੋਹ ਪਿਆਰ ਨੂੰ ਛੱਡੋਗੇ ਤਾਂ ਥੋੜ੍ਹਾ ਜਿਹਾ ਜਾਗੋਗੇ। ਇਸੇ ਕਾਰਨ ਹੀ ਮੈਂ ਵਾਰ-ਵਾਰ ਕਹਿੰਦਾ, ਲਗਾਵ ਘੱਟ ਕਰੋ, ਮੋਹ ਮਮਤਾ ਘੱਟ ਕਰੋ। ਜਿੰਨੀ ਮੋਹ ਮਮਤਾ ਘੱਟ ਹੋਵੇਗੀ ਓਨੇ ਤੁਸੀਂ ਜਾਗੋਗੇ। ਮੋਹ ਪਿਆਰ ਸੰਸਾਰ ਨਾਲੋਂ ਘੱਟ ਹੋਵੇਗਾ, ਤੁਸੀਂ ਜਾਗੋਗੇ। ਫਿਰ ਹੀ ਤੁਸੀਂ ਸੁਣੋਗੇ ਸਾਫ਼-ਸਾਫ਼ ਜੋ ਇੱਧਰ ਕਿਹਾ ਜਾ ਰਿਹਾ। ਫਿਰ ਤੁਹਾਡੇ ਸਮਝ ਵਿੱਚ ਆਸਾਨੀ ਦੇ ਨਾਲ ਆ ਜਾਵੇਗੀ ਗੱਲ। ਬਹੁਤੀ ਔਖੀ ਨਹੀਂ ਹੈ, ਪਰ ਸਮਝ ਵਿੱਚ ਉਦੋਂ ਹੀ ਆਵੇਗੀ ਜਦੋਂ ਤੁਸੀਂ ਛੱਡੋਗੇ, ਥੋੜ੍ਹਾ ਜਿਹਾ ਧਿਆਨ ਹਟਾਓਗੇ ਸੰਸਾਰ ਵੱਲ, ਮੋਹ ਮਮਤਾ ਘੱਟ ਹੋਵੇਗੀ। ਹੁਣ ਤੁਸੀਂ ਖਿਆਲ ਕਰੋ ਵੀ ਇਹ ਮਾਈ ਕਹਿ ਰਹੀ ਹੈ ਵੀ ਮੈਨੂੰ ਆਪਣੀ ਸਹੇਲੀ ਦਾ ਘਰ ਵਾਲਾ ਜੋ ਮਰ ਚੁੱਕਾ ਹੈ ਉਹ ਸੁਪਨੇ ਦੇ ਵਿੱਚ ਨਜ਼ਰ ਆਇਆ। ਕਿਉਂ ਆਇਆ? ਮੋਹ ਪਿਆਰ ਕਰਕੇ। ਸਹੇਲੀ ਦੇ ਨਾਲ ਮੋਹ ਹੈ, ਕਹਿੰਦੀ ਭੈਣਾਂ ਵਰਗਾ ਪਿਆਰ ਹੈ ਸਾਡਾ, ਤੇ ਘਰ ਵਾਲੇ ਨਾਲ ਲਗਾਵ ਤੇ ਹੋਵੇਗਾ ਹੀ ਨਾ। ਇਸ ਕਾਰਨ ਉਹ ਨਜ਼ਰ ਆਇਆ, ਸੁਪਨੇ 'ਚ ਆਇਆ। ਇਵੇਂ ਦਾ ਹੀ ਸਵਾਲ ਕੁਝ ਸਮੇਂ ਪਹਿਲੇ ਵੀ ਇੱਕ ਮਿੱਤਰ ਪਿਆਰੇ ਨੇ ਪੁੱਛਿਆ ਸੀ ਵੀ ਮੇਰਾ ਵੱਡਾ ਭਰਾ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ, ਉਹਦੀ ਡੈਥ ਹੋ ਗਈ। ਵੀ ਮੇਰੀ ਭਰਜਾਈ ਦੂਰ ਰਹਿੰਦੀ ਹੈ ਸਾਡੇ ਤੋਂ ਕੁਛ ਫਾਸਲੇ 'ਤੇ, ਤੋ ਸਾਡੇ ਨਾਲ ਲੜਦੀ ਹੈ ਵੀ ਉਹਦੀ ਆਤਮਾ ਪਹਿਲਾਂ ਤੁਹਾਡੇ ਘਰ ਆਈ ਸੀ, ਤੇ ਤੁਸੀਂ ਕੋਈ ਮੰਤਰ ਤੰਤਰ ਪੜ੍ਹ ਕੇ ਉਹ ਸਾਡੇ ਘਰ ਭੇਜ ਦਿੱਤੀ। ਤੇ ਉਹ ਕਹਿੰਦਾ ਬਹੁਤ ਲੜਦੀ ਹੈ ਸਾਡੇ ਨਾਲ, ਅਸੀਂ ਤਾਂ ਕੁਝ ਕੀਤਾ ਨਹੀਂ। ਫਿਰ ਤੁਸੀਂ ਖਿਆਲ ਕਰੋ ਵੀ ਉਹ ਜਿਹੜਾ ਘਰ ਵਾਲਾ ਉਹਦੇ ਕੋਲ ਆ ਰਿਹਾ ਹੈ, ਉਹ ਵੀ ਉਹਦੀ ਮੋਹ ਮਮਤਾ ਕਰਕੇ ਹੀ ਆ ਰਿਹਾ ਹੈ ਨਾ। ਘਰ ਵਾਲੇ ਨਾਲ ਪਿਆਰ ਜ਼ਿਆਦਾ ਹੋਵੇਗਾ, ਲਗਾਵ ਹੋਵੇਗਾ। ਤੇ ਜੀਂਦੇ ਜੀ ਇੰਨਾ ਲਗਾਵ ਸੀ, ਤੇ ਮਰਨ ਤੋਂ ਬਾਅਦ ਜੇ ਆਦਮੀ ਆਉਂਦਾ ਹੈ ਤੇ ਫਿਰ ਨਫ਼ਰਤ ਕਿਉਂ ਹੁੰਦੀ ਹੈ ਲੋਕਾਂ ਨੂੰ? ਮੈਨੂੰ ਇਹ ਨਹੀਂ ਸਮਝ ਵਿੱਚ ਆਉਂਦੀ ਗੱਲ ਵੀ ਜੀਂਦੇ ਜੀ ਨਾਲ ਤੁਸੀਂ ਪਿਆਰ ਕਰਦੇ ਹੋ ਤੇ ਮਰਨ ਤੋਂ ਬਾਅਦ ਆ ਜਾਵੇ ਤੇ ਪ੍ਰੇਤ ਬਣ ਗਿਆ, ਭੂਤ ਬਣ ਗਿਆ, ਭੂਤ ਭੂਤ ਕਰ ਭਾਗੀ, ਫਿਰ ਡਰਦੇ ਹੋ। ਫਿਰ ਭੈ ਭੀਤ ਕਿਉਂ ਹੁੰਦਾ ਹੈ ਆਦਮੀ? ਵੀ ਆਦਮੀ ਤੇ ਉਹ ਹੀ ਹੈ, ਉਹਦੀ ਰੂਹ ਭਟਕ ਰਹੀ ਹੈ, ਉਹਦੇ 'ਤੇ ਦਇਆ ਆਉਣੀ ਚਾਹੀਦੀ। ਪਰ ਲੋਕ ਉਪਾਅ ਕਰਦੇ ਹਨ, ਫਿਰ ਨਜ਼ਰ ਨਾ ਆਵੇ, ਸਾਡੇ ਸੁਪਨੇ 'ਚ ਨਾ ਆਵੇ। ਦੇਖੋ ਕਮਾਲ ਦੀ ਗੱਲ ਹੀ ਹੈ ਨਾ, ਵੀ ਜੀਂਦੇ ਜੀ ਇੰਨਾ ਮੋਹ ਪਿਆਰ ਕੀਤਾ ਹੈ ਤੇ ਮਰਨ ਤੋਂ ਬਾਅਦ ਉਹਦੇ ਕੋਈ ਡਰਦੇ ਹੋ। ਤੇ ਮਰਨ ਤੋਂ ਬਾਅਦ ਵੀ ਮੋਹ ਪਿਆਰ ਕਰਕੇ ਹੀ ਇਹ ਭੂਤ ਪ੍ਰੇਤ ਆਉਂਦੇ ਹਨ ਤੁਹਾਡੇ ਕੋਲ, ਜਾਂ ਤੁਹਾਡਾ ਹੈ ਜਾਂ ਉਹਨਾਂ ਦਾ ਲਗਾਵ ਹੈ ਕੋਈ, ਇਸ ਕਰਕੇ ਹੀ ਆਉਂਦੇ ਹਨ। ਤੇ ਜੀਂਦੇ ਜੀ ਵੀ ਇਹ ਜਿਹੜੇ
ਤੁਹਾਨੂੰ ਅੰਦਰ ਚੰਬੜੇ ਹੋਏ ਹਨ, ਇਹ ਵੀ ਮੋਹ ਪਿਆਰ ਕਰਕੇ। ਜੀਂਦੇ ਜੀ ਵੀ ਤੁਹਾਡਾ ਪਿੱਛਾ ਨਹੀਂ ਛੱਡ ਰਹੇ ਹਨ, ਜਾਂ ਤੁਸੀਂ ਨਹੀਂ ਇਹਨਾਂ ਦਾ ਪਿੱਛਾ ਛੱਡ ਰਹੇ ਹੋ। ਲਗਾਵ ਹੈ, ਮੋਹ ਪਿਆਰ ਹੈ, ਅਤੇ ਮਰਨ ਤੋਂ ਬਾਅਦ ਕਿਵੇਂ ਪਿੱਛਾ ਛੁੱਟੇਗਾ। ਜੀਂਦੇ ਜੀ ਵੀ ਜਿਹੜਾ ਲਗਾਵ ਹੈ ਇਹ ਵੀ ਭੂਤ ਪ੍ਰੇਤਾਂ ਵਰਗਾ ਹੀ ਹੈ। ਇਸ ਕਾਰਨ ਕਿਹਾ ਵੀ ਹੈ ਨਾ, ਕੱਲੀ ਅੰਦਰ ਨਾਨਕ ਜਿਨ੍ਹਾਂ ਦਾ ਅਵਤਾਰ, ਪੁੱਤ ਜਨੇਰੂ ਧੀ ਜਨੇ, ਜਿਨ੍ਹਾਂ ਦਾ ਸਰਦਾਰ। ਕਹਿੰਦੇ ਸਾਰੇ ਹੀ ਜਿੰਨ ਹਨ, ਭੂਤ ਹਨ, ਪ੍ਰੇਤ ਹਨ, ਕਿਉਂਕਿ ਤੁਹਾਡੇ ਅੰਦਰ ਵੜੇ ਹੋਏ ਹਨ। ਅਤੇ ਜਿਹੜਾ ਅੰਦਰ ਵੜ ਜਾਵੇ ਉਹਨੂੰ ਕਹਿੰਦੇ ਹਨ ਨਾ ਪ੍ਰੇਤ। ਅਤੇ ਜਿੰਦੇ ਜੀ ਬੜੇ ਹੋਏ ਹਨ, ਕਬਜ਼ਾ ਕੀਤਾ ਹੈ ਤੁਹਾਡੀ ਸੁਰਤ 'ਤੇ, ਜਿਨ੍ਹਾਂ ਨੇ ਤਾਂ ਮਰਨ ਤੋਂ ਬਾਅਦ ਕਬਜ਼ਾ ਛੱਡਣਗੇ। ਜਿੰਦੇ ਜੀ ਨਹੀਂ ਛੱਡ ਰਹੇ ਹਨ ਤੁਹਾਡੀ ਸੁਰਤ ਨੂੰ, ਤੁਹਾਡੇ ਚੇਤੇ ਨੂੰ, ਤੁਹਾਡੇ ਖਿਆਲ ਨੂੰ ਪਕੜਿਆ ਹੋਇਆ ਹੈ ਜਿਨ੍ਹਾਂ ਨੇ, ਭੂਤਾਂ ਨੇ। ਆ ਤੁਹਾਡੇ ਆਲੇ ਦੁਆਲੇ ਜਿਹੜੇ ਹਨ, ਅਤੇ ਮਰਨ ਤੋਂ ਬਾਅਦ ਵੀ ਇਹ ਤੁਹਾਡੇ ਕੋਲ ਹੀ ਆਉਣਗੇ। ਅਤੇ ਮੋਹ ਮਮਤਾ ਦਾ ਹੀ ਫਲ ਹੈ ਭੂਤ ਪ੍ਰੇਤ। ਲਗਾਵ ਕਰਕੇ ਆਉਂਦੇ ਹਨ। ਔਰ ਜੀਂਦੇ ਜੀ ਅਗਰ ਤੁਹਾਡੇ ਕਿਸੇ ਨਾਲ ਵੀ ਕੋਈ ਲਗਾਵ ਨਾ ਹੋਇਆ, ਮੋਹ ਮਮਤਾ ਨਾ ਹੋਈ, ਨਾ ਹੀ ਈਰਖਾ ਦਵੈਸ਼ ਹੋਈ। ਈਰਖਾ ਦਵੈਸ਼ ਕਰਕੇ ਵੀ ਆਉਂਦੇ ਹਨ ਬਹੁਤੇ, ਕਿਉਂਕਿ ਉਹਨਾਂ ਈਰਖਾ ਦਵੈਸ਼ ਕਰਕੇ ਵੀ ਲਗਾਵ ਬਣਦਾ ਹੈ, ਉਲਟਾ ਬਣਦਾ ਹੈ, ਵਿਰੋਧ ਦੁਆਰਾ ਬਣਦਾ ਹੈ। ਜਾਂ ਬਹੁਤੇ ਡਰਦੇ ਹਨ, ਭੈਭੀਤ ਹੁੰਦੇ ਹਨ, ਤਾਂ ਉਹ ਕਾਲਪਨਿਕ ਭੂਤਾਂ ਪ੍ਰੇਤਾਂ ਨੂੰ ਦੇਖਦੇ ਕਲਪਨਾ ਕਰ ਲੈਂਦੇ ਹਨ ਭੂਤਾਂ ਪ੍ਰੇਤਾਂ ਦੀ। ਪਰ ਜਿਹੜੇ ਆ ਸਾਕ ਸੰਬੰਧੀ ਰਿਸ਼ਤੇਦਾਰ ਜਿਨ੍ਹਾਂ ਨਾਲ ਲਗਾਵ ਹੈ ਉਹ ਨਜ਼ਰ ਆਉਂਦੇ ਹਨ। ਉਹ ਤਾਂ ਮੋਹ ਮਮਤਾ ਕਰਕੇ ਆਉਂਦੇ ਹਨ ਨਜ਼ਰ, ਸੁਪਨੇ 'ਚ ਆਉਂਦੇ ਆ। ਕਈਆਂ ਨੂੰ ਜਾਗਦੇ ਜਾਗਦੇ ਵੀ ਦਿਖਣ ਲੱਗ ਜਾਂਦੇ ਹਨ, ਜ਼ਿਆਦਾ ਲਗਾਵ ਹੁੰਦਾ। ਫਿਰ ਉਹਨਾਂ ਤੋਂ ਛੁਟਕਾਰਾ ਚਾਹੁੰਦੇ ਹਨ। ਅਤੇ ਜੀਂਦੇ ਜੀ ਛੁਟਕਾਰਾ ਨਹੀਂ ਪਾਉਂਦੇ ਹਨ। ਇੱਧਰ ਕਿਹਾ ਜਾਂਦਾ ਹੈ ਵੀ ਜੀਂਦੇ ਜੀ ਛੁਟਕਾਰਾ ਪਾ ਲਓ, ਫਿਰ ਕੋਈ ਆਵੇਗਾ ਹੀ ਨਹੀਂ ਤੁਹਾਡੇ ਕੋਲ, ਕਿਉਂਕਿ ਕਿਸੇ ਨਾਲ ਲਗਾਵ ਨਹੀਂ ਹੋਵੇਗਾ ਤਾਂ ਕੌਣ ਆਵੇਗਾ। ਅਤੇ ਜਿੰਨੀਆਂ ਵੀ ਬਿਮਾਰੀਆਂ ਹਨ ਨਾ, ਸਾਰੀਆਂ ਪੈਦਾ ਹੀ ਇੱਥੋਂ ਹੋ ਰਹੀਆਂ ਹਨ, ਲਗਾਵ ਤੋਂ, ਮੋਹ ਮਮਤਾ ਤੋਂ। ਪਰ ਮੋਹ ਮਮਤਾ ਛੱਡਣ ਨੂੰ ਕੋਈ ਤਿਆਰ ਨਹੀਂ ਹੈ। ਜਿਵੇਂ ਮੈਂ ਕੱਲ੍ਹ ਕਹਿ ਰਿਹਾ ਸੀ ਨਾ, ਵੀ ਪੁਰਾਣੇ ਸਮਿਆਂ ਦੇ ਵਿੱਚ ਰਿਸ਼ੀ ਮੁਨੀਆਂ ਨੇ 4 ਆਸ਼ਰਮ ਬਣਾਏ ਹੋਏ ਸਨ, 4 ਪੜਾਅ ਜ਼ਿੰਦਗੀ ਦੇ। ਪਹਿਲਾ ਬੱਚੇ ਪੜ੍ਹਦੇ ਸਨ, ਪੜ੍ਹਾਏ ਜਾਂਦੇ ਸਨ। ਦੂਸਰਾ ਸੀ ਗ੍ਰਸਤ ਦੇ ਵਿੱਚ ਪਾਏ ਜਾਂਦੇ ਸਨ, ਵੀ ਗ੍ਰਸਤ ਨੂੰ ਵੀ ਜਾਣੋ, ਸੰਸਾਰ ਨੂੰ ਵੀ ਜਾਣੋ, ਮੋਹ ਮਮਤਾ 'ਚ ਪਾਓ। ਫਿਰ ਚੌਥਾ ਸੀ ਮੋਹ ਮਮਤਾ ਤੋਂ ਹੌਲੀ ਹੌਲੀ ਛੁਟਕਾਰਾ ਪਾਓ, ਵਾਨਪ੍ਰਸਥ, ਵੀ ਨਿਕਲੋ ਬਾਹਰ। ਅਤੇ ਲੋਕ ਬਾਅਦ ਵਿੱਚ ਵੀ ਨਿਕਲਣ ਨੂੰ ਤਿਆਰ ਨਹੀਂ ਹਨ, ਤਾਂ ਵੀ ਨਾਰਾਜ਼ ਹੋ ਜਾਂਦੇ ਹਨ ਵੀ ਤੁਸੀਂ ਕੀ ਕਹਿੰਦੇ ਹੋ, ਘਰ ਬਾਹਰ ਛੱਡ ਦਈਏ, ਬੱਚੇ ਛੱਡ ਦਈਏ, ਪਰਿਵਾਰ ਛੱਡ ਦਈਏ। ਅਤੇ ਸਾਡੇ ਗੁਰੂਆਂ ਨੇ ਕਹਿੰਦੇ ਹਨ, ਤਿਆਗੀਆਂ ਦਾ ਵਿਰੋਧ ਕੀਤਾ, ਵੀ ਤਿਆਗ ਕੇ ਕਿਤੇ ਨਹੀਂ ਜਾਣਾ। ਨਹੀਂ, ਤਿਆਗ ਕੇ ਮੈਂ ਵੀ ਜਾਣ ਵਾਸਤੇ ਨਹੀਂ ਕਿਤੇ ਕਹਿੰਦਾ। ਫਿਰ ਵੀ ਮੋਹ ਮਮਤਾ ਦਾ ਤਿਆਗ ਕਰਨ ਨੂੰ ਤਾਂ ਉਹਨਾਂ ਨੇ ਵੀ ਕਿਹਾ ਸੀ, ਅਤੇ ਮੈਂ ਵੀ ਕਹਿ ਰਿਹਾ। ਅਤੇ ਕਰੋਗੇ ਤਾਂ ਹੀ ਹੋਵੇਗਾ ਨਾ। ਅਤੇ ਲੋਕ ਸੋਚ ਲੈਂਦੇ ਹਨ ਵੀ ਇਹ ਤਿਆਗ ਕਰਨ ਵਾਸਤੇ ਕਹਿੰਦੇ ਹਨ, ਵੀ ਸੰਸਾਰ ਤੋਂ ਉਦਾਸ ਹੋ ਜਾਓ। ਨਹੀਂ, ਉਦਾਸ ਦਾ ਅਰਥ ਸੰਸਾਰ ਤੋਂ ਦੂਰ ਜਾਣਾ ਨਹੀਂ ਹੈ, ਉਦਾਸਨ, ਆਪਣੇ ਅੰਦਰ ਆਸੀਨ ਹੋਣਾ ਹੈ, ਉਹਨੂੰ ਕਿਹਾ ਹੈ ਉਦਾਸੀਨ। ਅਤੇ ਆਪਣੇ ਅੰਦਰ ਆਸੀਨ ਹੋਣ ਵਾਸਤੇ ਬਾਹਰੋਂ ਮੋਹ ਪਿਆਰ ਦਾ ਤਿਆਗ ਹੋਵੇਗਾ ਹੀ ਨਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਸੀ, ਆਪਣੇ ਅੰਦਰ ਆਸੀਨ ਹੋ ਗਏ। ਪਰ ਲੋਕ ਦੇਖੋ, ਕਮਾਲ ਦੀ ਗੱਲ ਇਹ ਹੈ, ਸਿੱਖ ਧਰਮ ਦੇ ਵਿੱਚ ਵੀ ਮੈਂ ਦੇਖਦਾ, ਹੋਰ ਧਰਮਾਂ 'ਚ ਵੀ ਇਹੋ ਹਾਲ ਹੈ।
ਤੇ ਅਖੀਰ ਸਮੇਂ ਤੱਕ ਵੀ ਲੋਕ ਤਿਆਗ ਨਹੀਂ ਕਰਦੇ ਹਨ ਮੋਹ ਪਿਆਰ, ਮੋਹ ਮਮਤਾ ਦਾ। ਪਤਾ ਵੀ ਹੈ ਛੱਡ ਦੇਣਾ ਹੈ ਧੀਆਂ ਪੁੱਤਰਾਂ ਨੂੰ, ਇਹਨਾਂ ਸਾਰੇ ਰਿਸ਼ਤੇਦਾਰਾਂ ਨੂੰ ਮਰਨ ਵੇਲੇ, ਵੀ ਤੁਸੀਂ ਜੀਂਦੇ ਜੀ ਥੋੜ੍ਹਾ ਜਿਹਾ ਮੋਹ ਮਮਤਾ ਦਾ ਤਿਆਗ ਕਰੋਗੇ, ਸਿਖਾਲੀ ਜਾਵੇਗੀ ਮੌਤ, ਤੜਫੋਗੇ ਘੱਟ। ਜਿਹੜੀ ਤੜਫਣ ਤੁਸੀਂ ਅੰਤ ਵੇਲੇ ਸਹਾਰਨੀ ਹੈ ਇਕੱਠੀ, ਉਹਨੂੰ ਥੋੜ੍ਹੀ ਥੋੜ੍ਹੀ ਕਰਕੇ ਪਹਿਲਾਂ ਸਹਾਰੋ। ਉਹਨੂੰ ਕਿਹਾ ਹੈ ਵਿਰਹਾ, ਵਿਰਹਾ ਦੀ ਅਗਨ ਕਹਿੰਦੇ ਹਨ, ਵੈਰਾਗ ਦੀ ਅਗਨ। ਵੈਰਾਗ ਦੀ ਅਗਨ ਉਹ ਹੀ ਹੈ ਵੀ ਜਿਹੜੀ ਪੀੜਾ ਨੂੰ ਤੁਸੀਂ ਇੱਕਦਮ ਸਾਰੇ ਸੰਸਾਰ ਨੂੰ ਛੱਡਣਾ ਹੈ, ਅੰਤ ਵੇਲੇ ਸਹਾਰਨੀ ਹੈ, ਫਿਰ ਨਰਕਾਂ 'ਚ ਜਾਓਗੇ ਕਿਉਂਕਿ ਸਹਾਰ ਨਹੀਂ ਹੋਣੀ। ਉਸ ਪੀੜਾ ਨੂੰ ਤੁਸੀਂ ਜੀਂਦੇ ਜੀ ਥੋੜ੍ਹਾ ਥੋੜ੍ਹਾ ਕਰਕੇ ਸਹਾਰੋ, ਲਗਾਵ ਹਟਾਓ। ਅਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਸੀ ਵੀ ਇੱਕਦਮ ਤੁਸੀਂ ਸੰਸਾਰ ਤੋਂ ਬਾਹਰ ਆ ਜਾਓ ਜਾਂ ਭੱਜ ਜਾਓਗੇ। ਮੈਂ ਕਹਿੰਦਾ ਪਹਿਲਾਂ ਸੰਸਾਰ ਨੂੰ ਜਾਣ ਲਓ। ਦੇਖੋ ਵੀ ਇੱਕਦਮ ਵੀ ਅਗਰ ਤੁਸੀਂ ਸੰਸਾਰ ਤੋਂ ਬਿਨਾਂ ਜਾਣੇ ਭੱਜ ਗਏ ਤਾਂ ਸੰਸਾਰ ਦੀ ਵਾਸ਼ਨਾ ਰਹਿ ਜਾਣੀ ਤੁਹਾਡੇ ਅੰਦਰ, ਭੋਗਣ ਦੀ, ਜਾਣਨ ਦੀ ਚਾਹਤ। ਤੁਸੀਂ ਫਿਰ ਸੰਸਾਰ ਦੇ ਵਿੱਚ ਜਾਓਗੇ। ਇਸ ਕਰਕੇ ਸੰਸਾਰ ਨੂੰ ਪਹਿਲਾਂ ਜਾਣ ਲਓ, ਭੋਗ ਲਓ, ਮੋਹ ਮਮਤਾ 'ਚ ਪੈ ਜਾਓ, ਅਤੇ ਫਿਰ ਹੌਲੀ ਹੌਲੀ ਛੱਡਣਾ ਸ਼ੁਰੂ ਕਰ ਦਿਓ ਜਦੋਂ ਉਮਰ ਟਾਲੇ ਪੈ ਜਾਵੇ। ਅਤੇ ਬਹੁਤ ਸੁਖਾਲਾ ਹੈ ਅਤੇ ਬਹੁਤ ਸਹੀ ਹੈ, ਸਹਿਜ ਹੈ। ਜੋ ਵਾਸਤਵਿਕ ਹੈ ਉਹ ਹੀ ਹੈ ਵੀ ਜਿਵੇਂ ਬੱਚਾ ਪੈਦਾ ਹੋਇਆ ਹੈ ਨਿਰਦੋਸ਼, ਮੋਹ ਮਮਤਾ ਤੋਂ ਬਿਨਾਂ। ਮੋਹ ਮਮਤਾ ਹੁਣ ਬੱਚੇ ਨੂੰ ਥੋੜ੍ਹੀ ਹੁੰਦੀ ਹੈ, ਕੋਈ ਕਿਸੇ ਨਾਲ ਵੀ ਲਗਾ ਨਹੀਂ ਹੈ, ਇਸ ਕਰਕੇ ਉਹ ਨਿਸ਼ਚਿੰਤ। ਇਵੇਂ ਹੀ ਅੰਤ ਸਮੇਂ ਹੋ ਜਾਓ ਤੁਸੀਂ, ਅਤੇ ਅੰਤ ਸਮੇਂ ਤਾਂ ਹੀ ਹੋਵੋਗੇ ਨਾ, ਯਾਤਰਾ ਪਹਿਲਾਂ ਹੀ ਸ਼ੁਰੂ ਕਰੋਗੇ। ਅਤੇ ਜਦੋਂ ਗ੍ਰਸਤ ਵਾਲਾ ਪੜਾਅ ਪੂਰਾ ਹੋ ਜਾਵੇ, ਬੱਚੇ ਬੜੇ ਹੋ ਜਾਣ, ਤਾਂ ਉਹਨਾਂ ਨੂੰ ਸੰਭਾਲ ਕੇ ਸਾਰਾ ਕੁਝ, ਅਤੇ ਹੌਲੀ ਹੌਲੀ ਪਰਮਾਤਮਾ ਵੱਲ ਮੁੱਖ ਕਰੋ। ਧਿਆਨ ਸੰਸਾਰ ਵੱਲੋਂ ਹਟਾਓ, ਮੋਹ ਪਿਆਰ ਘੱਟ ਕਰੋ, ਥੋੜ੍ਹਾ ਥੋੜ੍ਹਾ ਤਿਆਗ ਕਰੋ। ਸੰਸਾਰ 'ਚ ਰਹਿੰਦਿਆਂ ਹੋਇਆਂ ਹੀ ਕਰ ਸਕਦੇ ਹੋ ਤੁਸੀਂ, ਜ਼ਰੂਰੀ ਨਹੀਂ ਹੈ ਦੂਰ ਜਾਣਾ। ਲਗਾਅ ਵੀ ਘੱਟ ਕਰਨਾ ਹੈ ਨਾ, ਤਾਂ ਇੱਥੇ ਹੀ ਹੋ ਸਕਦਾ ਹੈ। ਪਰ ਜ਼ਿਆਦਾਤਰ ਲੋਕ ਇਹੋ ਸੋਚਦੇ ਹਨ ਵੀ ਇਹਨਾਂ ਦਾ ਤਿਆਗ ਦਾ ਮਾਰਗ ਹੈ, ਵੀ ਇਹ ਤਿਆਗ ਕਰਵਾਉਂਦੇ ਹਨ। ਨਹੀਂ, ਐਸਾ ਨਹੀਂ ਮੈਂ ਕਹਿ ਰਿਹਾ, ਨਾ ਹੀ ਕਹਿ ਰਿਹਾ ਹਾਂ ਵੀ ਛੱਡ ਛਡਾ ਕੇ ਇੱਥੇ ਆ ਜਾਓ ਤੁਸੀਂ ਮੇਰੇ ਕੋਲ। ਮੈਂ ਕਹਿੰਦਾ ਮੋਹ ਮਮਤਾ ਦਾ ਤਿਆਗ ਕਰੋ। ਜਿਹੇ ਪ੍ਰਾਣੀ ਮਮਤਾ ਤਜੀ, ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨ, ਤਿਹ ਘਟ ਬ੍ਰਹਮ ਨਿਵਾਸ। ਦੇਖੋ ਇਹ ਸੁਣਦੇ ਹਨ ਪਰ ਸਮਝਦੇ ਨਹੀਂ ਹਨ। ਕਹਿੰਦੇ ਜਿਹਨੇ ਮਮਤਾ ਨੂੰ ਤਿਆਗ ਦਿੱਤਾ, ਮਮਤਾ ਦਾ ਭਾਵ ਮੇਰੇ, ਆਪਣੇ, ਮਮ ਤਿਆਗ ਦਿੱਤੇ, ਤੇ ਸਭ ਤੇ ਭਇਓ ਉਦਾਸ। ਇਹ ਗੁਰੂ ਹੀ ਕਹਿ ਰਹੇ ਹਨ, ਉਦਾਸ ਹੋ ਗਏ ਸਾਰਿਆਂ ਤੋਂ, ਨਿਰਾਸ਼ ਹੋ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਦੇਖੋ ਸੰਸਾਰ ਵੱਲੋਂ ਉਦਾਸ ਹੋਏ ਅਤੇ ਅੰਦਰ ਪਰਮਾਤਮਾ ਦਾ ਨਿਵਾਸ, ਭਾਵ ਕਿ ਸੰਸਾਰ ਦੀ ਮੋਹ ਮਮਤਾ ਛੱਡੀ ਅਤੇ ਅੰਦਰ ਖਾਲੀ ਹੋ ਗਿਆ। ਸੰਸਾਰ ਦੇ ਨਾਲ ਲਗਾਵ ਕਰਕੇ ਹੀ ਵਿਚਾਰਧਾਰਾ ਤੁਹਾਡੀ ਚੱਲ ਰਹੀ ਹੈ ਅੰਦਰ, ਅਤੇ ਜਿੰਨਾ ਲਗਾਵ ਘੱਟ ਹੋਵੇਗਾ ਉਨੀ ਵਿਚਾਰਧਾਰਾ ਘੱਟ ਹੋਵੇਗੀ। ਅਤੇ ਜਿਹੜੀ ਮੋਹ ਮਮਤਾ ਹੈ ਧਰਮ ਦੇ ਤਲ 'ਤੇ ਵੀ ਹੈ। ਜਿਵੇਂ ਇਹ ਮਾਈ ਕਹਿ ਰਹੀ ਹੈ ਵੀ ਮੇਰੀ ਸਹੇਲੀ ਜੋ ਕੋਈ ਆਸੂ ਤੋਸ਼ ਹੋਏ ਹਨ ਉਹਨਾਂ ਨੂੰ ਮੰਨਦੀ ਹੈ, ਅਤੇ ਉਹਨਾਂ ਨੇ ਸਰੀਰ ਦੇ ਧਿਆਨ ਕਰਨ ਵਾਸਤੇ ਕਿਹਾ ਹੋਇਆ। ਦੇਖੋ ਲੋਕ ਸਾਧੂ ਮਹਾਤਮਾ ਦੇ ਸਰੀਰਾਂ ਦਾ ਧਿਆਨ ਕਰ ਰਹੇ ਹਨ, ਫਿਰ ਮਰੇ ਹੋਏ ਸਰੀਰਾਂ ਦਾ ਧਿਆਨ, ਕਮਾਲ ਦੀ ਗੱਲ ਹੀ ਹੈ। ਮੁਰਦਾ ਸਰੀਰਾਂ ਦਾ ਧਿਆਨ ਕਰ ਰਹੇ ਹਨ, ਅਤੇ ਸਾਧੂ ਮਹਾਤਮਾ ਵੀ ਸਰੀਰਾਂ ਨਾਲ ਹੀ ਜੋੜ ਰਹੇ ਹਨ। ਅਤੇ ਇਹ ਮਾਈ ਵੀ ਕਿਸੇ ਪਿੱਛੇ
ਕਿਸੇ ਸਾਧੂ ਮਹਾਤਮਾ ਦੇ ਸਰੀਰ ਨਾਲ ਜੁੜੀ ਹੋਈ। ਤਦੇ ਕਹਿ ਰਹੀ ਵੀ ਉਹ ਇੱਦਾਂ ਕਹਿੰਦੇ ਹੁੰਦੇ ਸਨ, ਵੀ ਇੱਦਾਂ ਸੁਣੀਦੀ ਹੈ ਬਾਣੀ ਉਪਦੇਸ਼। ਲਗਾਵ ਪਿੱਛੋਂ ਹਟਦਾ ਥੋੜ੍ਹੀ। ਪਿਛਲਿਆਂ ਨੂੰ ਜਿਹੜੇ ਮੰਨਦੇ ਹੋ ਮੰਨੀ ਤੁਰੇ ਜਾਂਦੇ ਹਨ, ਉੱਦਾਂ ਹੀ ਲਗਾਵ। ਮੋਹ ਮਮਤਾ ਕਿਤੋਂ ਵੀ ਨਹੀਂ ਘਟ ਰਹੀ ਕਿਸੇ ਦੀ। ਅਤੇ ਇਹ ਸਾਰੀਆਂ ਹੀ ਬਿਮਾਰੀਆਂ ਮੋਹ ਮਮਤਾ ਤੋਂ ਪੈਦਾ ਹੋ ਰਹੀਆਂ ਹਨ। ਅਤੇ ਜਿਹੜੇ ਭੂਤ ਪ੍ਰੇਤ ਤੁਹਾਨੂੰ ਦਿਖਾਈ ਦੇ ਰਹੇ ਹਨ ਵੀ ਮੋਹ ਮਮਤਾ ਕਰਕੇ। ਇਹਨਾਂ ਦਾ ਉਪਾਅ ਜਿਹੜਾ ਤੁਸੀਂ ਪੁੱਛ ਰਹੇ ਹੋ ਇਹ ਵੀ ਮੋਹ ਮਮਤਾ ਕਰਕੇ। ਮੈਂ ਕਹਿੰਦਾ ਮੋਹ ਮਮਤਾ ਛੱਡੋ, ਕਿਸੇ ਦਾ ਉਪਾਅ ਕਰਨ ਦੀ ਲੋੜ ਨਹੀਂ ਹੈ। ਪਰਮਾਤਮਾ ਨੇ ਜਿੱਥੇ ਕਿਸੇ ਨੂੰ ਭੇਜਣਾ ਉੱਥੇ ਭੇਜ ਦੇਣਾ ਹੈ। ਨਾਲੇ ਜਿਹੜਾ ਜਾ ਹੀ ਚੁੱਕਿਆ ਹੈ ਉਹਦੇ ਵਾਸਤੇ ਤੁਹਾਡਾ ਕੋਈ ਵੀ ਉਪਾਅ ਕੰਮ ਨਹੀਂ ਆਵੇਗਾ, ਖਿਆਲ ਵਿੱਚ ਰੱਖੋ। ਉਪਾਅ ਉਹਦੇ ਵਾਸਤੇ ਨਹੀਂ ਹੁੰਦਾ ਹੈ ਜਿਹਨੂੰ ਦਿਖਾਈ ਦੇ ਰਿਹਾ ਹੈ ਜਾਂ ਜਿਹੜਾ ਡਰ ਰਿਹਾ ਹੈ ਭੂਤਾਂ ਪ੍ਰੇਤਾਂ ਕੋਲ, ਉਹਦਾ ਉਪਾਅ ਕੀਤਾ ਜਾਂਦਾ ਹੈ ਵੀ ਉਹਨੂੰ ਡਰ ਨਾ ਲੱਗੇ, ਭੈ ਨਾ ਲੱਗੇ, ਉਹਨੂੰ ਦਿਖਾਲੀ ਨਾ ਦੇਵੇ। ਅਤੇ ਜਿਹੜੇ ਭੂਤ ਪ੍ਰੇਤ ਜੀਂਦੇ ਜੀ ਹੀ ਜਿਨ੍ਹਾਂ ਦੇ ਨਾਲ ਲਗਾਵ ਹੈ ਉਹ ਵੈਸੇ ਹੀ ਹਨ। ਅਤੇ ਜੀਂਦੇ ਜੀ ਜਿਹੜੇ ਭੂਤ ਚੰਬੜੇ ਹਨ ਉਹਨਾਂ ਨਾਲੋਂ ਲਗਾਵ ਘੱਟ ਕਰੋ। ਅਤੇ ਮਰਨ ਤੋਂ ਬਾਅਦ ਵੀ ਜਿਹੜੇ ਭੂਤ ਚੰਬੜਦੇ ਹਨ ਉਹ ਵੀ ਨਹੀਂ ਚੰਬੜਨਗੇ, ਕਿਉਂਕਿ ਜਿਹੜੇ ਜੀਂਦੇ ਚੰਬੜੇ ਹਨ ਉਹ ਮਰਨ ਤੋਂ ਬਾਅਦ ਵੀ ਚੰਬੜਨਗੇ ਹੀ ਤੁਹਾਨੂੰ। ਅਤੇ ਸਭ ਮੋਹ ਮਮਤਾ ਕਰਕੇ ਹੋ ਰਿਹਾ ਹੈ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੇ ਔਰੋਂ ਲੇਤ ਉਧਾਰ। ਕਹਿੰਦੇ ਬਾਕੀਆਂ ਦਾ ਉਧਾਰ ਕਰਦਾ ਹੈ। ਅਤੇ ਇਹ ਬਿਮਾਰੀਆਂ ਨੂੰ ਛੱਡਣਾ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਜਾਗੋਗੇ, ਤਾਂ ਤੁਸੀਂ ਸੁਣੋਗੇ।